मेरा इलाका अरफवाला जी, जिला पाकपतन, तहसील अरफवाला जी। ਤੇ ਚੱਕ ਮੇਰਾ ਜਿਹੜਾ ਹੈਗਾ 68 ਵੀ ਡੋਗਰਨ ਵਾਲਾ ਜੀ। ਜਿਹੜਾ ਥਣ ਦੇ ਵਿੱਚ ਗਿਲਟੀ ਆ ਜਾਣੀ ਹੈ ਉਹਦਾ ਇਲਾਜ ਹੈ ਗਿਲਟੀ ਕੈਪਸੂਲ ਜੀ। ਜਿਹੜਾ ਡੰਗਰ ਸਾੜੂ ਦੀ ਵਜ੍ਹਾ ਨਾਲ ਦੁੱਧ ਘੱਟ ਕਰ ਜਾਂਦਾ ਵਾ ਉਹਦਾ ਇਲਾਜ ਹੈ ਵੇ ਅੱਧਾ ਕਿਲੋ ਤੇਲ ਲੈ, 1 ਦਰਜਨ ਕੇਲਿਆਂ ਦੀ ਲੈ, ਅੱਧਾ ਕਿਲੋ ਸ਼ੱਕਰ ਲੈ, ਠੀਕ ਆ। ਇਹਨਾਂ ਨੂੰ ਉਹ ਗ੍ਰੈਂਡ करे, ग्रैंड करने तो बाद वो डंगर नूं दे, इंशाल्लाह जिहड़ा घट थाना है वो पूरा हो जाएगा। भाजी ये थान एक ऐसी चीज़ है कि जी बहुत नाजुक चीज़, बिल्कुल सही कह रहे हो। हाँ जी, ये चोर जी है बर्दाश्त नहीं करता। साड़ू का मसला डंगरां नूं आंदा ना जी, ये वाईबादी की वजह नाल आंदा वा। वाईबादी दा साड़ू नाल की ताल्लुक जरा क्लियर करियो। साड़ू खुदा ना खास्ता एक थान खराब हो गया है, यानी कि जाया हो गया जी। बाज़ औक़ात एक थान दूसरे थाना नूं भी खराब कर दिंदा है जी। ते जदों एक खराब हो गया ते दूसरे नूं बचाउण वास्ते की करिए? ਉਹਦਾ ਜਿਹੜਾ ਉਹਦਾ ਥੜਾ ਖਰਾਬ ਹੁੰਦਾ ਨਹੀਂ, ਉਹਦੀ ਜ਼ਿਆਦਾ ਤੋਂ ਜ਼ਿਆਦਾ ਇhtiyat ਕਰਨੀ ਚਾਹੀਦੀ ਵੀ ਉਹਦੇ ਵਿੱਚ ਜਦੋਂ ਰੇਸ਼ਾ ਪੀ ਪੈਂਦੀ ਹੈ ਨਾ ਉਹ ਸਾਨੂੰ ਡੇਲੀ 2-3 ਦਫਾ ਇੱਕ ਦਿਨ ਦੇ ਵਿੱਚ ਉਹਨੂੰ ਸਾਫ਼ ਕਰਨਾ ਚਾਹੀਦਾ ਵਾ। ਭਾਜੀ ਬਾਜ਼ਕਾ ਜਿਨ੍ਹਾਂ ਨੇ 1-2 ਜਾਨਵਰ ਰੱਖੇ ਹੁੰਦੇ ਨਾ ਉਹ ਡਿਟੋਲ ਪਾਣੀ ਦੇ ਵਿੱਚ ਮਿਲਾ ਕੇ ਉਹਦੀ ਵਜ੍ਹਾ ਨਾਲ ਉਹਦੇ ਥਣ ਧੋ ਦੇਣ ਤੇ ਉਹ ਜ਼ਿਆਦਾ ਬਿਹਤਰ ਹੈ। ਜ਼ਿਮੀਂਦਾਰ ਦੀ ਕਮਜ਼ੋਰੀ ਤੋਂ ਹੀ ਜਿਹੜਾ ਨਾ ਇਹ ਘਟ ਸਕਦਾ ਵਾ, ਵਰਨਾ ਨਹੀਂ ਘਟ ਸਕਦਾ। ਉਹਦੀ ਖੁਰਾਕ 'ਚ ਫਰਕ ਆ ਜਾਵੇ, ਉਹਦੀ ਦੇਖਭਾਲ 'ਚ ਫਰਕ ਆ ਜਾਵੇ, ਉਹਦੇ ਧੁੱਪੇ ਛਾਵੇਂ ਬੰਨਣ ਤੋਂ ਫਰਕ ਆ ਜਾਵੇ ਤੇ ਦੁੱਧ ਘਟ ਸਕਦਾ, ਵਰਨਾ ਨਹੀਂ ਘਟ। ਵਾਲੇਕੁਮ ਸਲਾਮ ਜੀ। ਭਾਈਜਾਨ ਕੀ ਨਾਂ ਹੈ ਤੁਹਾਡਾ? ਮੁਹੰਮਦ ਬੂਟਾ ਜੀ। ਮੁਹੰਮਦ ਬੂਟਾ ਸਾਹਿਬ, ਕਿਹੜਾ ਇਲਾਕਾ, ਕਿਹੜਾ ਪਿੰਡ ਹੈ ਤੁਹਾਡਾ? ਮੇਰਾ ਇਲਾਕਾ ਅਰਫਵਾਲਾ ਜੀ, ਜ਼ਿਲ੍ਹਾ ਪਾਕਪਤਨ, ਤਹਿਸੀਲ ਅਰਫਵਾਲਾ ਜੀ। ਤੇ ਚੱਕ ਮੇਰਾ ਜਿਹੜਾ ਹੈਗਾ 68 ਵੀ ਡੋਗਰਨ ਵਾਲਾ ਜੀ। ठीक हो गया जी। अच्छा भाई बूटे, अज तुहाडे कोल असीं बड़े कीमती और देसी इलाज पुछांगे। लोग बड़े परेशान ने, मज्जां लोग तुहाडे कोल लाई जांदे ने, लेकिन उन्हां दे कुछ मसाइल ऐसे हुंदे ने कि फिर उन्हां दा इलाज जिहड़ा वे ओह मुश्किल हो जांदा है जी। भाई सब तो ज्यादा और सब तो जिहड़ा वड्डा मसला इस टाइम लोकां नूं पेश आ रिहा ओह साड़ू दा जी। साड़ू दे विच 2-3 चीज़ां ने। थन दा घट जाना, ਉਹਦੇ ਵਿੱਚ ਨਾੜ ਆ ਜਾਣਾ, ਮੀਟਕੀ ਬਣ ਜਾਣਾ ਜਾਂ ਅੱਗੂ ਬੰਦ ਹੋ ਜਾਣਾ, ਇਹ ਸਾਰਿਆਂ ਦੇ ਜਰਾ ਸਾਨੂੰ ਮੁਕੰਮਲ ਤੌਰ ਤੇ ਥਣ ਦੇ ਵਾਲਿਆਂ ਦਾ ਦੱਸਿਓ ਇਲਾਜ। ਪਹਿਲੇ ਜਿਹੜਾ ਥਣ ਦੇ ਵਿੱਚ ਨਾੜ ਆ ਜਾਣਾ ਨਾ ਇਹਦਾ ਕੋਈ ਇਲਾਜ ਨਹੀਂ ਦਾ। ਠੀਕ ਹੋ ਗਿਆ, ਬਿਲਕੁਲ ਜੀ ਸਹੀ ਹੈ। ਜਿਹੜਾ ਥਣ ਦੇ ਵਿੱਚ ਗਿਲਟੀ ਆ ਜਾਣੀ ਹੈ ਉਹਦਾ ਇਲਾਜ ਹੈ ਗਿਲਟੀ ਕੈਪਸੂਲ ਜੀ। ਠੀਕ ਹੈ। ਜਿਹੜਾ ਡੰਗਰ ਸਾੜੂ ਦੀ ਵਜ੍ਹਾ ਨਾਲ ਦੁੱਧ ਘੱਟ ਕਰ ਜਾਂਦਾ ਵਾ ਉਹਦਾ ਇਲਾਜ ਹੈ ਵੇ ਅੱਧਾ ਕਿਲੋ ਤੇਲ ਲੈ, 1 ਦਰਜਨ ਕੇਲਿਆਂ ਦੀ ਲੈ, ਅੱਧਾ ਕਿਲੋ ਸ਼ੱਕਰ ਲੈ, ਠੀਕ ਆ। ਇਹਨਾਂ ਨੂੰ ਉਹ ਗ੍ਰੈਂਡ करे, ग्रैंड करने तो बाद वो डंगर नूं दे, इंशाल्लाह जिहड़ा घट थाना है वो पूरा हो जाएगा। ਇਹ ਜਿਹੜਾ ਤੁਸੀਂ ਇਲਾਜ ਦੱਸਿਆ ਇਹ ਸ਼ਰਤੀ ਹੈ ਜਾਂ ਇਸ ਤੋਂ ਇਲਾਵਾ ਵੀ ਕੋਈ ਇਲਾਜ ਹੋ ਰਿਹਾ ਹੈ? ਇਸ ਤੋਂ ਇਲਾਵਾ ਤੁਸੀਂ ਉਹਨੂੰ ਲਸਣ ਦੀ ਖੀਰ ਬਣਾ ਕੇ ਦੇ ਸਕਦੇ ਆ, ਉਹ ਵੀ ਕਾਮਯਾਬ ਆ ਸਾੜੂ ਤੇ। ਠੀਕ ਹੈ। ਅੱਛਾ ਤੁਸੀਂ ਇਲਾਜ ਦੱਸਿਆ ਸਾਨੂੰ ਸਾੜੂ ਦਾ, ਬਾਜ਼ ਔਕਾਤ ਜਦੋਂ ਹੱਲ ਹੋ ਜਾਂਦਾ ਮਸਲਾ ਉਹਦੇ ਬਾਅਦ ਦੁੱਧ ਨਹੀਂ ਪੂਰਾ ਆਂਦਾ, ਯਾਨੀ ਉਹ ਥਣ ਠੀਕ ਤੇ ਹੋ ਗਿਆ, ਤੁਹਾਡਾ ਦੇਸੀ ਇਲਾਜ ਨੁਸਖਾ ਲਾਇਆ ਠੀਕ ਹੋ ਗਿਆ, ਲੇਕਿਨ ਉਹਦੇ 'ਚ ਉਹ ਮਿਕਦਾਰ ਦੁੱਧ ਦੀ ਨਹੀਂ ਆਂਦੀ ਤੇ ਇਲਾਜ ਤੋਂ ਬਾਅਦ ਦੁੱਧ ਪੂਰਾ ਕਰਨ ਵਾਸਤੇ ਕੀ ਦਈਏ ਉਹਨੂੰ? ਭਾਈ ਜੇ ਤੁਸੀਂ ਉਹਨੂੰ ਦੁੱਧ ਪੂਰਾ ਕਰਨ ਵਾਸਤੇ ਜਦੋਂ ਉਹਨੂੰ ਕੇਲਾ, ਸ਼ੱਕਰ ਤੇ ਦਹੀਂ, ਤੇਲ ਰਿੜ ਕੇ ਦਿਓਗੇ ਨਾ ਉਹ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਜਿਹੜਾ ਵਾ ਆਸਾ ਆਸਾ ਦੁੱਧ ਪੂਰਾ ਕਰ ਜਾਏਗਾ। ਠੀਕ ਹੋ ਗਿਆ। ਬਾਜ਼ ਗੱਲ ਲੋਕ ਕਹਿੰਦੇ ਨੇ ਕਿ ਸਾੜੂ ਜਿਹੜਾ ਵੇ ਜਦੋਂ ਹੁੰਦਾ ਨਾੜ ਦੀ ਵਜ੍ਹਾ ਨਾਲ, ਜਿਹੜੀ ਨਾੜ ਜਦੋਂ ਆ ਗਈ ਹੈ ਫਿਰ ਤੇ ਉਹਦਾ ਇਲਾਜ ਨਹੀਂ ਹੁੰਦਾ, ਨਾੜ ਦਾ ਇਲਾਜ ਨਹੀਂ। ਲੇਕਿਨ ਜਦੋਂ ਪਤਾ ਲੱਗ ਜਾਏ ਥੋੜਾ ਬਹੁਤ ਕਿ ਇਹਦੇ ਵਿੱਚ ਨਾੜ ਆ ਗਈ ਹੈ ਫਿਰ ਉਹਦਾ ਇਲਾਜ ਮੁਮਕਿਨ ਹੈ। ਅੱਛਾ ਭਾਈ ਜਾਨ, ਤੁਸੀਂ ਸਾੜੂ ਦੇ ਬਾਰੇ ਦੱਸ ਰਹੇ ਹੋ ਕਿ ਬਾਜ਼ ਕਾ ਤੋਂ ਥਣ ਬਰਾਬਰ ਨਹੀਂ ਹੁੰਦਾ ਔਰ ਇਹੀ ਫਾਰਮੂਲਾ ਲਾਓ ਤੇ ਥਣ ਬਰਾਬਰ ਹੋ ਜਾਂਦਾ ਜੀ, ਬਰਾਬਰ ਹੋ ਜਾਂਦਾ ਜੀ। ਮੈਂ ਪੁੱਛ ਰਿਹਾ ਸਾਂ ਕਿ ਇਹਦੀ ਵਜੂਹਾਤ ਕੀ ਹੁੰਦੀਆਂ ਨੇ? ਬਾਜ਼ ਕਾਤ ਖੁਰਾਕ ਅੱਛੀ ਨਾ ਹੋਣਾ ਜਾਂ ਫਾਰਮਰ ਜਿਹੜਾ ਦੁੱਧ ਚੋਰਿਆ ਹੁੰਦਾ ਉਹਦੇ ਹੱਥ ਗੰਦੇ ਹੋਣਾ ਜਾਂ ਕੋਈ ਹੋਰ ਪੈਰ ਥੱਲੇ ਆ ਜਾਣਾ, ਕੀ ਇਹਦਾ ਮਸਲਾ ਹੁੰਦਾ? ਕਿਹਦੀ ਵਜ੍ਹਾ ਨਾਲ ਸਾੜੂ ਹੁੰਦਾ? ਅਗਰ ਥਣ ਤੇ ਜ਼ਖਮ ਵਗੈਰਾ ਹੋ ਜਾਵੇ ਤੇ ਇਹਦੀ ਵਜ੍ਹਾ ਨਾਲ ਵੀ ਸਾੜੂ ਹੋ ਸਕਦਾ ਵਾ। ਬਿਲਕੁਲ ਸਹੀ। ਠੀਕ ਹੈ। ਅਗਰ ਥਣ ਦੇ ਅੱਗੇ, ਮੂੰਹ ਦੇ ਅੱਗੇ ਕੋਈ ਚੀਜ਼ ਪੈਰ ਸ਼ਾਇਦ ਥੱਲੇ ਆ ਜਾਂਦਾ ਥਣ, ਇਹਦੀ ਵਜ੍ਹਾ ਨਾਲ ਵੀ ਹੋ ਸਕਦਾ ਵਾ। ਠੀਕ ਹੋ ਗਿਆ। ਅਸੀਂ ਇਹ ਸੁਣਿਆ ਕਿ ਜਦੋਂ ਜਾ ਵੱਡਾ ਹੀ ਜਾਂਦਾ ਬਾਜ਼ ਕਾਤ ਜਾ ਜਿਹੜਾ ਵੇ ਉਹ ਮੂੰਹ ਵਿੱਚ ਥਣ ਪਾਉਂਦਾ ਤੇ ਖਿੱਚਣਾ ਪੈਂਦਾ, ਉਹ ਖਿੱਚਣ ਨਾਲ ਵੀ ਥਣ ਖਰਾਬ ਹੋ ਜਾਂਦਾ। ਭਾਜੀ ਇਹ ਥਣ ਇੱਕ ਐਸੀ ਚੀਜ਼ ਆ ਕਿ ਜਿਹੜੀ ਬਹੁਤ ਨਾਜ਼ੁਕ ਚੀਜ਼ ਆ। ਬਿਲਕੁਲ ਸਹੀ ਕਹਿ ਰਹੇ ਹੋ। ਹਾਂਜੀ, ਇਹ ਚੋਰ ਜਿਹੜੀ ਇਹਨੇ ਬਰਦਾਸ਼ਤ ਨਹੀਂ ਕਰਦਾ। ਹਾਂਜੀ। ਤੇ ਜਦੋਂ ਜਾ ਵੱਡਾ ਇਹ ਤੇ ਫਾਰਮਰ ਇhtiyat ਕਰਨ ਕਿ ਆਪਣੇ ਹੱਥ ਨਾਲ ਉਹਦੇ ਮੂੰਹ ਵਿੱਚੋਂ ਥਣ ਕੱਢ ਕੇ ਫੇਰ ਉਹਦਾ ਜੀ ਬਿਲਕੁਲ। ਔਰ ਨਹੁੰ ਦੇ ਨਾਲ ਵੀ ਖਰਾਬ ਹੋ ਜਾਂਦਾ। ਨਹੁੰ ਨਾਲ ਵੀ ਖਰਾਬ ਹੋ ਸਕਦਾ ਜੀ, ਬਿਲਕੁਲ। ਠੀਕ ਹੈ। ਇਸ ਤੋਂ ਇਲਾਵਾ ਹੋਰ ਕਿਹੜੀ ਵਜ੍ਹਾ ਹੈ ਜਿਹਦੇ ਨਾਲ ਥਣ ਖਰਾਬ ਹੋ ਜਾਂਦਾ? ਕਿਉਂਕਿ ਸਾਰਾ ਦਾਰੋਮਦਾਰ ਹੀ ਦੁੱਧ ਤੇ ਹੁੰਦਾ ਵੇ ਫਾਰਮਿੰਗ ਦਾ। ਜ਼ਿਆਦਾਤਰ ਜਿਹੜਾ ਇਹਨਾਂ ਨੂੰ ਸਾੜੂ ਦਾ ਮਸਲਾ ਡੰਗਰਾਂ ਨੂੰ ਆਂਦਾ ਨਾ ਜੀ, ਇਹ ਵਾਈਬਾਦੀ ਦੀ ਵਜ੍ਹਾ ਨਾਲ ਆਂਦਾ ਵਾ। ਵਾਈਬਾਦੀ ਦਾ ਸਾੜੂ ਨਾਲ ਕੀ ਤਾਲੁਕ ਹੈ, ਜਰਾ ਕਲੀਅਰ ਕਰਿਓ। ਸਾੜੂ ਦੇ ਨਾਲ ਇਹ ਤਾਲੁਕ ਹੈ ਵੀ ਜਿਹੜਾ ਅਸੀਂ ਆ ਮੱਕੀ ਸ਼ੱਕੀ ਪਾਉਂਦੇ ਆ ਨਾ ਜੀ, ਇਹ ਵਾਈ ਹੁੰਦੀ, ਅਸੀਂ ਉਹਨਾਂ ਨੂੰ ਨਾ ਸਬਜ਼ ਜਿਹੜਾ ਮਸਾਲਾ ਵਗੈਰਾ ਉਹ ਨਹੀਂ ਦੇਈਦਾ। ਠੀਕ ਹੈ। ਹਾਂਜੀ, ਉਹਦੀ ਵਜ੍ਹਾ ਨਾਲ ਵੀ ਡੰਗਰ, ਖੁਰਾਕ ਦੀ ਵਜ੍ਹਾ ਨਾਲ ਵੀ ਜਿਹੜਾ ਨਾ ਡੰਗਰ ਅਪਸੈਟ ਹੋ ਜਾਂਦਾ ਵਾ, ਉਹਦੀ ਵਜ੍ਹਾ ਨਾਲ ਵੀ ਸਾੜੂ ਹੋ ਸਕਦਾ ਵਾ। ਖੁਦਾ ਨਾ ਖਾਸਤਾ ਇੱਕ ਥਣ ਖਰਾਬ ਹੋ ਗਿਆ ਯਾਨੀ ਕਿ ਜ਼ਾਇਆ ਹੋ ਗਿਆ ਜੀ। ਬਾਜ਼ ਔਕਾਤ ਇੱਕ ਥਣ ਦੂਸਰੇ ਥਣਾਂ ਨੂੰ ਵੀ ਖਰਾਬ ਕਰ ਦਿੰਦਾ ਤੇ ਜਦੋਂ ਇੱਕ ਖਰਾਬ ਹੋ ਗਿਆ ਤੇ ਦੂਸਰਿਆਂ ਨੂੰ ਬਚਾਉਣ ਵਾਸਤੇ ਕੀ ਕਰੀਏ? ਉਹਦਾ ਜਿਹੜਾ ਉਹਦਾ ਥੜਾ ਖਰਾਬ ਹੁੰਦਾ ਨਾ, ਉਹਦੀ ਜ਼ਿਆਦਾ ਤੋਂ ਜ਼ਿਆਦਾ ਇhtiyat ਕਰਨੀ ਚਾਹੀਦੀ ਵੀ ਉਹਦੇ ਵਿੱਚ ਜਦੋਂ ਰੇਸ਼ਾ ਪੀ ਪੈਂਦੀ ਹੈ ਨਾ ਉਹ ਸਾਨੂੰ ਡੇਲੀ 2-3 ਦਫਾ ਇੱਕ ਦਿਨ ਦੇ ਵਿੱਚ ਉਹਨੂੰ ਸਾਫ਼ ਕਰਨਾ ਚਾਹੀਦਾ ਵਾ। ਦੂਸਰੇ ਥਣਾਂ ਨੂੰ ਨਾ ਲੱਗੇ ਜੀ, ਨਾ ਲੱਗੇ ਜੀ। ਠੀਕ ਹੋ ਗਿਆ। ਔਰ ਸਫਾਈ ਦਾ ਕਿੰਨਾ ਅਹਿਮ ਕਿਰਦਾਰ ਹੈ ਥਣ ਨੂੰ ਖਰਾਬ ਕਰਨ ਚ ਔਰ ਸਹੀ ਰੱਖਣ ਚ? ਸਫਾਈ ਤੇ
ਹਮੇਸ਼ਾ ਵਾਸਤੇ ਹੀ ਬਹੁਤ ਅੱਛੀ ਚੀਜ਼ ਆ, ਸਫਾਈ ਰੱਖਣੀ ਚਾਹੀਦੀ ਆ, ਸਾਡਾ ਜੀ। ਹੱਕ ਬਣਦਾ ਵਾ। ਬਾਜ਼ ਔਕਾਤ ਫਾਰਮਰ ਜਲਦੀ ਕਰ ਜਾਂਦੇ ਨੇ ਔਰ ਥਣ ਸਹੀ ਤਰ੍ਹਾਂ ਸਾਫ਼ ਨਹੀਂ ਕਰਦੇ, ਔਰ ਉਹਦੀ ਵਜ੍ਹਾ- ਬਾਜ਼ ਔਕਾਤ ਬਾਅਦ ਵਿੱਚੋਂ ਵੀ ਉਹਨੂੰ ਸਹੀ ਨਹੀਂ ਸਾਫ਼ ਕਰਦੇ। ਤਾਂ ਇਸ ਤਰ੍ਹਾਂ ਫਿਰ ਜ਼ਿਆਦਾ ਥੋੜੇ ਜਿਹੇ ਨੁਕਸਾਨ ਤੋਂ ਜਿਹੜਾ ਜ਼ਿਆਦਾ ਨੁਕਸਾਨ ਹੋ ਜਾਂਦਾ ਵਾ। ਬਸ ਕਾ ਛੋਟਾ ਜਿਹਾ ਜ਼ਖਮ ਹੁੰਦਾ ਥਣ ਦੇ ਉੱਤੇ, ਉਹਦੀ ਅਸੀਂ ਕੇਅਰ ਨਹੀਂ ਕਰਦੇ, ਉਹ ਜ਼ਖਮ ਵੱਡਾ ਹੋ ਜਾਂਦਾ ਵਾ, ਉਹਦੀ ਵਜ੍ਹਾ ਨਾਲ ਜਿਹੜਾ ਯਾਨੀ ਕਿ ਉਹ ਮਸਲਾ ਪਚੀਦਾ ਹੋ ਜਾਂਦਾ। ਭਾਰ ਬੂਟੇ ਜਦੋਂ ਜਾਨਵਰ ਦੀ ਧਾਰ ਕੱਢ ਲਈਦਾ ਤੇ ਉਹਦੇ ਮਸਾਨ ਥਾਣਾ ਦੇ ਖੁੱਲੇ ਹੁੰਦੇ ਨੇ। ਸਿਆਣੇ ਲੋਕ ਕਹਿੰਦੇ ਨੇ ਕਿ ਮੱਝ ਨੂੰ ਬਹਿਣ ਨਹੀਂ ਦੇਣਾ ਚਾਹੀਦਾ। ਕਿੰਨੀ ਕੁ ਦੇਰ ਧਾਰ ਕੱਢਣ ਤੋਂ ਬਾਅਦ ਜਾਨਵਰ ਨੂੰ ਨਹੀਂ ਬਹਿਣ ਦੇਣਾ ਚਾਹੀਦਾ? ਤਕਰੀਬਨ ਅੱਧਾ ਘੰਟਾ ਜੀ। ਵੈਰੀ ਗੁੱਡ। ਕੋਈ ਐਸੀ ਚੀਜ਼, ਕੋਈ ਐਸਾ ਨੁਸਖਾ ਤੁਹਾਡੇ ਕੋਲ ਹੈਵੇ ਕਿ ਧਾਰ ਕੱਢਣ ਤੋਂ ਬਾਅਦ ਥਣ ਤੇ ਲਗਾ ਦਿੱਤੀ ਜਾਏ ਤਾਂ ਕਿ ਥਣ ਦੇ ਵਿੱਚ ਜਰਾਸੀਮ ਨਾ ਸ਼ਾਮਲ ਹੋਣ? ਭਾਜੀ ਬਾਜ਼ਕਾ ਜਿਨ੍ਹਾਂ ਨੇ 1-2 ਜਾਨਵਰ ਰੱਖੇ ਹੁੰਦੇ ਨਾ, ਉਹ ਡਿਟੋਲ ਪਾਣੀ ਦੇ ਵਿੱਚ ਮਿਲਾ ਕੇ ਬਿਲਕੁਲ ਸਹੀ, ਉਹਦੀ ਵਜ੍ਹਾ ਨਾਲ ਉਹਦੇ ਥਣ ਧੋ ਦੇਣ ਤੇ ਉਹ ਜ਼ਿਆਦਾ ਬਿਹਤਰ। ਠੀਕ ਹੋ ਗਿਆ। ਅੱਛਾ ਭਾਈ ਬੁੱਟਿਆ, ਦੱਸਿਓ ਕਿ ਤੁਸੀਂ ਦੱਸ ਰਹੇ ਸੋ ਫੁਹਾਰੇ ਦਾ ਔਰ ਉਹਦਾ ਜਿਹੜਾ ਬਾਜ਼ ਔਕਾਤ ਬਿਲਕੁਲ ਬਰੀਕ ਜੀ ਧਾਰ ਆਂਦੀ ਹੈ ਜੀ ਭਾਈ ਨਾ, ਤੇ ਉਹਦਾ ਜ਼ਰਾ ਦੱਸਿਓ ਕਿ ਕੀ ਇਲਾਜ ਕਰਨਾ ਚਾਹੀਦਾ? ਪੈਨ ਜਿਹੜੀ ਮੂੰਹ ਸੜੀ ਹੁੰਦੀ ਹੈ ਨਾ, ਇਹਦੇ ਤੋਂ ਅਸੀਂ ਨਾ ਕਾਲੀ ਮਿਰਚ ਘਿਓ ਵਿੱਚ ਦਿੰਨੇ ਆ, ਉਹਦੇ ਨਾਲ ਉਹ ਬਿਹਤਰ ਹੋ ਜਾਂਦਾ ਜੀ। ਠੀਕ ਹੋ ਗਿਆ। ਕਾਲੀ ਮਿਰਚ ਜੀ। ਕਿਹੜੇ ਘਿਓ ਚ? ਦੇਸੀ ਮਿਲ ਜਾਏ ਉਸ ਤੋਂ ਬਿਹਤਰ ਆ, ਅਗਰ ਨਹੀਂ ਤੇ ਫਿਰ ਜਿਹੜਾ ਆਪਾਂ ਆਮ ਡਾਲਡਾ ਇਸਤੇਮਾਲ ਘਰੇ ਕਰਦੇ ਆ, ਕੋਈ ਵੀ ਕੁੱਕ ਗੈਲ ਕਰਦੇ ਆ, ਉਹਦੇ ਨਾਲ ਕਾਲੀ ਮਿਰਚ ਜਿਹੜੀ ਉਹ ਦਿੱਤੀ ਜਾਏ ਤੇ ਉਹਦਾ ਮੂੰਹ ਵਾਲਾ ਜਿਹੜਾ ਮਸਲਾ ਨਾ ਉਹ ਠੀਕ ਹੋ ਸਕਦਾ। ਦੋਨਾਂ ਦੀ ਮਿਕਦਾਰ ਦੱਸਿਓ, ਕਿੰਨਾ ਕਿੰਨਾ ਮਿਰਚ ਔਰ ਘਿਓ ਹੋਏ? ਯਾਨੀ ਕਿ ਇੱਕ ਸਟਾਕ ਮਿਰਚ ਹੋਏ ਤੇ ਤਕਰੀਬਨ ਪਾਈਆ 1.5 ਪਾਈਆ ਘਿਓ ਹੋਏ। ਕਦੋਂ ਦੇਣਾ ਹੈ, ਸਵੇਰ ਜਾਂ ਸ਼ਾਮ ਨੂੰ? ਖਾਣਾ ਖਿਲਾਉਣ ਤੋਂ ਬਾਅਦ। ਯਾਨੀ ਜਿਹਨੂੰ ਸ਼ਾਮ ਨੂੰ ਪੱਠੇ ਪਾਏ ਜੀ, ਨੇ ਤੇ ਪੱਠੇ ਪਿੱਛੇ ਬੰਨਣ ਪਾ ਕੇ ਲੱਗਿਆ? ਪਿੱਛੇ ਬੰਨਣਾ ਵਾ, ਉਦੋਂ ਦੇ ਦੇਣਾ ਵਾ ਸਹੀ ਹੈ। ਤੇ ਅਗਲੇ ਦਿਨ ਉਸੇ ਟਾਈਮ ਫਿਰ ਦੇ ਦੇਣਾ। ਯਾਨੀ ਕਿ ਉਹਨੂੰ 2 ਸਟਾਕ ਕਾਲੀ ਮਿਰਚ ਆ ਜਾਵੇ ਤੇ ਤਕਰੀਬਨ ਕੋਈ ਅੱਧਾ ਕਿਲੋ 3 ਪਾ ਘਿਓ ਵੀ ਨਾਲ ਆ ਜਾਵੇ ਜੀ। ਠੀਕ ਹੋ ਗਿਆ। ਤੁਹਾਡੀ ਨਜ਼ਰ 'ਚ ਜਿਹੜੀ ਮੱਝ ਸੂੰਦੀ ਹੈ, ਜੀ ਕਿੰਨੀ ਦੇਰ ਤੱਕ ਉਹਦਾ ਦੁੱਧ ਉਹੀ ਰਹਿਣਾ ਚਾਹੀਦਾ ਜਿਹੜਾ ਉਹਦੇ ਸ਼ੁਰੂ ਤੋਂ ਉਹਦੀ ਮਿਕਦਾਰ ਬਣੀ ਹੈ, 10 ਜਾਂ 12 ਜਿੰਨਾ ਵੀ ਹੈ, ਉਹ ਕਿੰਨੇ ਮਹੀਨੇ ਤੱਕ ਦੁੱਧ ਰਹਿਣਾ ਚਾਹੀਦਾ ਹੈ? ਇਹ ਭਾਈ ਨਸਲ ਤੇ ਡਿਪੈਂਡ ਕਰਦਾ। ਬਾਜ਼ਕਾਤ ਡੰਗਰ ਉਹ ਹੁੰਦੇ ਨੇ ਕਿ ਜਿਹੜੇ ਨਾ ਸਾਲ ਤੋਂ ਜ਼ਿਆਦਾ ਸੂਆ ਲਾਉਂਦੇ ਨੇ, ਜੀ। ਉਹ ਤਕਰੀਬਨ 8 ਤੋਂ 10 ਮਹੀਨੇ ਤੱਕ ਜਿਹੜਾ ਨਾ ਸੂਆ ਬਰਕਰਾਰ ਰੱਖਦੇ ਨੇ, ਦੁੱਧ ਦਾ ਮਿਆਰ ਜਿਹੜਾ ਪੂਰਾ ਰਹਿੰਦਾ ਵਾ। ਬਾਜ਼ਕਾਤ ਮੱਝਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਕਿ ਜਿਹੜੀਆਂ ਨਾ 3 ਮਹੀਨੇ ਦੁੱਧ ਦਾ ਮਿਆਰ ਪੂਰਾ ਰੱਖਦੀਆਂ ਵਾ, ਉਸ ਤੋਂ ਬਾਅਦ ਘਟਣਾ ਸ਼ੁਰੂ ਹੋ ਜਾਂਦੀਆਂ ਵਾ। ਬਾਜ਼ਕਾਤ ਇਸ ਤਰ੍ਹਾਂ ਵੀ ਹੁੰਦਾ ਵੀ ਡੰਗਰ ਜਿਹੜਾ ਨਾ ਹੰਬਲਾ ਜਲਦੀ ਹੋ ਜਾਂਦਾ ਵਾ, ਉਹ ਜਲਦੀ ਜਿਹੜਾ ਦੁੱਧ ਘਟਾ ਜਾਂਦਾ ਵਾ। ਇਹਨਾਂ ਜਿਹੜੀਆਂ ਤੁਸੀਂ ਵਜੂਹਾਤ ਦੱਸੀਆਂ ਨੇ, ਇਹਨਾਂ ਤੋਂ ਇਲਾਵਾ ਜੀ ਬਗੈਰ ਕਿਸੇ ਐਸ ਵਜ੍ਹਾ ਦੇ ਅਗਰ ਦੁੱਧ ਘਟਣਾ ਸ਼ੁਰੂ ਹੋਈਏ, ਜੀ, ਫਿਰ ਕੀ ਕਰੀਏ? ਦੁੱਧ ਜਾਨਵਰ ਦਾ ਵਾਪਸ ਉੱਥੇ ਜਾਂ ਵਧਾਉਣ ਵਾਸਤੇ ਕੀ ਕਰੀਏ? ਕਿਹੜਾ ਫਾਰਮੂਲਾ ਲਾਈਏ? ਉਹ ਤਾਂ ਜ਼ਿਮੀਦਾਰ ਦੀ ਕਮਜ਼ੋਰੀ ਤੋਂ ਹੀ ਜਿਹੜਾ ਨਾ ਇਹ ਘਟ ਸਕਦਾ ਵਾ, ਵਰਨਾ ਨਹੀਂ ਘਟ ਸਕਦਾ। ਉਹਦੀ ਖੁਰਾਕ 'ਚ ਫਰਕ ਆ ਜਾਵੇ, ਉਹਦੀ ਦੇਖਭਾਲ 'ਚ ਫਰਕ ਆ ਜਾਵੇ, ਉਹਦੇ ਧੁੱਪੇ ਛਾਵੇਂ ਬੰਨ੍ਹਣ ਤੋਂ ਫਰਕ ਆ ਜਾਵੇ ਤੇ ਦੁੱਧ ਘਟ ਸਕਦਾ, ਵਰਨਾ ਨਹੀਂ ਘਟਦਾ। ਠੀਕ ਹੈ। ਔਰ ਅਗਰ ਅਸੀਂ ਆਪਣੇ ਜਾਨਵਰ ਦੇ ਦੁੱਧ ਨੂੰ ਜ਼ਿਆਦਾ ਰੱਖਣਾ ਹੈ, ਕਿਉਂਕਿ ਸਾਰਾ ਦਾਰੋਮਦਾਰ ਹੀ ਦੁੱਧ ਤੇ ਵੇ, ਜੀ ਲੋਕ ਇਹ ਚਾਹੁੰਦੇ ਨੇ ਕਿ ਜਾਨਵਰ ਦਾ ਦੁੱਧ ਨਾ ਘਟੇ ਤਾਂ ਕਿ ਸਾਡੀ ਇਨਕਮ ਨਾ ਘਟੇ, ਜੀ ਤੇ ਫਿਰ ਉਹਦੀ ਖੁਰਾਕ ਔਰ ਉਹਦਾ ਪਾਣੀ ਔਰ ਉਹਦੀ ਦੇਖਭਾਲ, ਜੀ, ਇਸ ਬਿਲਕੁਲ। ਤੋਂ ਇਲਾਵਾ ਕੋਈ ਚੀਜ਼? ਇਸ ਤੋਂ ਇਲਾਵਾ ਤਾਂ ਹੋਰ ਕੋਈ ਚੀਜ਼ ਵੀ ਨਹੀਂ ਹੋ ਸਕਦੀ। ਇਸ ਤੋਂ ਇਲਾਵਾ ਉਹਦੀ ਦੇਖਭਾਲ ਹੀ ਅੱਛੀ ਕਰ ਸਕਦੇ ਹੋ ਤੁਸੀਂ। ਯਾਨੀ ਕੋਈ ਫਾਰਮੂਲਾ ਨਾ ਲਾਈਏ? ਨਹੀਂ, ਫਾਰਮੂਲਾ ਲਾਉਣ ਦੀ ਜ਼ਰੂਰਤ ਹੀ ਨਹੀਂ। ਜਦੋਂ ਤੁਸੀਂ ਉਹਦੀ ਦੇਖਭਾਲ ਅੱਛੀ ਕਰੋਗੇ ਤਾਂ ਇਨਸ਼ਾਅੱਲਾ ਦੁੱਧ ਦੀ ਜਿਹੜੀ ਪੈਦਾਵਾਰ ਆ ਨਾ ਉਹ ਤੁਹਾਨੂੰ ਜ਼ਿਆਦਾ ਦੇਗਾ। ਠੀਕ ਹੋ ਗਿਆ। ਪਿੱਛੇ ਦੀ ਵਜ੍ਹਾ ਨਾਲ ਲੋਕਾਂ ਦੇ ਬਹੁਤ ਸਾਰੇ ਜਾਨਵਰ ਜ਼ਾਇਆ ਹੋਏ ਨੇ ਜੀ। ਔਰ ਲੋਕ ਪਰੇਸ਼ਾਨ ਵੀ ਜਾਂਦੇ ਨੇ, ਜੀ ਕਿਉਂਕਿ ਐਸਾ ਮਸਲਾ ਹੁੰਦਾ ਹੈ ਕਿ ਜਿਹੜਾ ਯਕਦਮ ਪੇਸ਼ ਆਂਦਾ ਹੈ, ਜੀ ਸਰਦੀ ਗਰਮੀ ਸੁੱਕੇ ਗਿੱਲੇ ਵਿੱਚ। ਉਹਦਾ ਜ਼ਰਾ ਸਾਨੂੰ ਬਿਹਤਰੀਨ ਜਿਹਾ ਇਲਾਜ ਦੱਸਿਓ ਕਿ ਪਿੱਛਾ ਕਿਉਂ ਹੁੰਦਾ ਹੈ ਔਰ ਉਹਦਾ ਇਲਾਜ ਕਿਸ ਤਰ੍ਹਾਂ ਕਰੀਏ? ਇਹ ਬੈਨ ਜਿਹੜਾ ਪਿੱਛੇ ਵਾਲੀ ਲਾਮਤ ਆ ਨਾ, ਇਹ ਤਕਰੀਬਨ 100 ਚੋਂ 1-2 ਜਾਨਵਰਾਂ ਨੂੰ ਇਹ ਪਾਈ ਜਾਂਦੀ ਆ। ਠੀਕ ਹੈ। ਇਹ ਸਾਡੇ ਜਿਹੜੇ ਇਲਾਕੇ ਦੇ ਡਾਕਟਰ ਮੁਹੰਮਦ ਆਜ਼ਮ ਸਾਹਿਬ ਆ, ਉਹਦੇ ਨਾਲ ਅਸੀਂ ਅਕਸਰ ਇਹ ਮਸ਼ਵਰਾ ਕਰਦੇ ਆ। ਕਈਆਂ ਜਾਨਵਰਾਂ ਨੂੰ ਉਹਨੇ ਟ੍ਰੀਟਮੈਂਟ ਕੀਤੀ ਆ ਤੇ ਉਹ ਮਾਸ਼ਾਅੱਲਾ ਠੀਕ ਹੋ ਗਏ ਨੇ। ਸਹੀ ਹੋ ਗਿਆ। ਯਾਨੀ ਕਿ ਤੁਸੀਂ ਪਿੱਛੇ ਦਾ ਡਾਕਟਰੀ ਇਲਾਜ ਹੀ ਕਰਵਾਉਂਦੇ ਜੀ ਹੋ? ਡਾਕਟਰੀ ਇਲਾਜ ਕਰਾਉਂਦੇ ਆ। ਦੇਸੀ ਕੋਈ ਨਹੀਂ ਕਰਦੇ? ਕੋਈ ਗੁੜ ਜਾਂ ਕੋਈ ਹੋਰ ਤੇਲ ਛਿਲ ਦੇਣਾ, ਉਸ ਤੋਂ ਇਲਾਵਾ ਕੋਈ ਹੋਰ ਦੇਸੀ ਚੀਜ਼ਾਂ ਹੁੰਦੀਆਂ ਨੇ ਉਹ ਉਸ ਨਹੀਂ ਤਰ੍ਹਾਂ ਤੁਸੀਂ? ਦੇ ਟੋਟਕੇ ਇਹਨਾਂ ਜੀ ਤੁਸੀਂ ਕੁਛ ਵੀ ਦੇ ਸਕਦੇ। ਬਸ ਗੱਲ ਲੋਕ ਕਹਿੰਦੇ ਜੀ ਆ ਤੁਸੀਂ ਨਾ ਪੱਤੀ ਦਾ ਡੱਬਾ ਲਓ, ਵਿੱਚ 1 ਕਿਲੋ ਪਾਣੀ ਪਾਓ, 2 ਕਿਲੋ ਪਾਣੀ ਪਾਓ, ਉਹਨੂੰ ਰਿੰਨਦੇ ਰਹੋ, ਉਹ ਚੱਕ ਕੇ ਦੇ ਦਿਓ, ਉਹਦੇ ਨਾਲ ਪਿੱਛਾ ਜੀ ਖੁਸ਼ਕ ਹੋ ਜਾਂਦਾ ਜੀ, ਅੰਦਰੋਂ ਜਾਨਵਰ ਖੁਸ਼ਕ ਹੋ ਜਾਂਦਾ, ਨਹੀਂ ਪਿੱਛਾ ਕੱਢਦਾ। ਬਸ ਕਦ ਕੋਈ ਹਲਦੀ ਤੇਲ ਦੇ ਦਿੰਦਾ, ਕੋਈ ਇਸ ਤਰ੍ਹਾਂ ਠੰਡੀਆਂ ਚੀਜ਼ਾਂ ਦਿੰਦੇ, ਮੁਸ਼ਕਪੂਰ ਹੋ ਗਿਆ, ਸ਼ੱਕਰ ਹੋ ਗਈ, ਤੇਲ ਹੋ ਗਿਆ, ਇਸ ਤਰ੍ਹਾਂ ਰਲਾ ਕੇ ਵੀ ਚੀਜ਼ਾਂ ਦਿੰਦੇ ਨੇ। ਲੇਕਿਨ ਕਨਫਰਮ ਜਿਹੜਾ ਵਾ ਜਿਹਨੂੰ ਅਸੀਂ ਤਰਜੀਹ ਦਿੰਦੇ ਆ, ਉਹ ਅਸੀਂ ਇਹ ਗੱਲ ਕਹਿੰਦੇ ਵੀ ਡਾਕਟਰ ਆਜ਼ਮ ਸਾਹਿਬ ਨੂੰ ਬੰਦਾ ਬੁਲਾਏ ਤੇ ਉਹਦੇ ਕੋਲੋਂ ਉਹਨੂੰ ਵੈਕਸੀਨ ਕਰਵਾਏ ਤੇ ਇਨਸ਼ਾਅੱਲਾ ਠੀਕ ਹੋ ਜਾਂਦਾ ਜੀ। ਜਾਨਵਰਾਂ ਦੀਆਂ ਜਿਹੜੀਆਂ ਪਾਕਿਸਤਾਨ 'ਚ ਸਭ ਤੋਂ ਵੱਡੀਆਂ ਬਿਮਾਰੀਆਂ ਨੇ, ਉਹਨਾਂ ਵਿੱਚ ਇੱਕ ਗਲਘੋਟੂ ਹੈ। ਜੀ ਗਲਘੋਟੂ ਜੀ, ਉਹਦਾ ਫਿਰ ਕੀ ਕਰੀਏ? ਗਲਘੋਟੂ ਦੀ ਵੀ ਹੁਣ ਵੈਕਸੀਨ ਹਰ 3 ਮਾਹ ਬਾਅਦ ਗਵਰਨਮੈਂਟ ਦੀ ਤਰਫ ਹੋ ਰਹੀ ਹੈ ਜੀ, ਜੀ। ਉਹ ਕਰਾਣੀ ਚਾਹੀਦੀ ਆ। ਠੀਕ ਹੋ ਗਿਆ। ਹਾਂਜੀ, ਵੈਕਸੀਨ ਤੋਂ ਬਗੈਰ ਗਲਘੋਟੂ ਦਾ ਕੋਈ ਯਾਨੀ ਕਿ ਜਿਹੜਾ ਨਾ ਉਹ ਤੋੜ ਨਹੀਂ ਹੈ। ਸਹੀ ਹੈ। ਯਾਨੀ ਇਹ ਬਰ ਵਕਤ ਕਰਾਣੀ ਜੀ ਚਾਹੀਦੀ? ਬਰ ਵਕਤ ਕਰਾਣੀ ਚਾਹੀਦੀ ਠੀਕ ਹੋ ਗਿਆ। ਜੀ। ਮੂੰਹ ਖੁਰ ਦਾ ਇਲਾਜ ਕੀ ਕਰੀਏ? ਮੂੰਹ ਖੁਰ ਦੀ ਵੀ ਵੈਕਸੀਨ ਆਈ ਹੈ ਜੀ, ਉਹ ਵੀ ਤੁਹਾਨੂੰ ਹਰ 3 ਮਹੀਨੇ ਤੋਂ ਬਾਅਦ ਜਾਂ 6 ਮਹੀਨੇ ਤੋਂ ਬਾਅਦ ਲਾਜ਼ਮੀ ਜਾਨਵਰ ਨੂੰ ਕਰਵਾਉਣੀ ਚਾਹੀਦੀ ਆ ਤੇ ਇਨਸ਼ਾਅੱਲਾ ਮੂੰਹ ਖੁਰ ਵੀ ਨਹੀਂ ਆਏਗਾ। ਕਿਰਮ ਕੁਸ਼ ਦਾ ਕੀ ਕਰੀਏ? ਕਿਰਮਾ ਤੋਂ ਤੁਸੀਂ ਉਹਨੂੰ ਦਵਾਈ ਪਿਲਾ ਸਕਦੇ ਆ। ਆਪਣੇ ਛੋਟੇ ਬਛੜੇ ਆ, ਕੱਟੇ ਆ, ਕੱਟੀਆਂ ਵਾ, ਉਹਨਾਂ ਨੂੰ 3 ਮਹੀਨੇ ਤੋਂ ਬਾਅਦ ਤੁਸੀਂ ਦਵਾਈ ਜਿਹੜੀ ਨਾ ਉਹ ਐਵੇਂ ਸਮਝ ਲਓ ਵੀ ਉਹਨਾਂ ਵਾਸਤੇ ਅਹਿਮ ਆ, ਤਾਂ ਇਨਸ਼ਾਅੱਲਾ ਠੀਕ ਹੋ ਜਾਣਗੇ। ਜਿਹੜੇ ਸਿਆਣੇ ਫਾਰਮਰ ਨੇ ਉਹਨਾਂ ਦੇ ਜਾਨਵਰ 1 ਮਹੀਨੇ ਤੋਂ ਬਾਅਦ ਬਣ ਜਾਂਦੇ ਨੇ, ਜੀ ਜਿਨ੍ਹਾਂ ਲੋਕਾਂ ਦੇ ਜਾਨਵਰ ਨਹੀਂ ਬਣਦੇ, ਜੀ, ਉਹਦੀ ਵਜੂਹਾਤ ਔਰ ਉਹਦਾ ਕੋਈ ਹੱਲ?
ਪਹਿਨੇ ਇਹ ਤੁਹਾਡੇ ਦੇਖਭਾਲ ਤੇ ਹੀ ਮਨਸਰ ਹੁੰਦੀ ਆ, ਤੁਹਾਡੇ ਬਿਲਕੁਲ ਸਹੀ ਹੈ, ਖੁਰਾਕ ਤੇ ਬੜਾ ਡਿਪੈਂਡ ਖੁਰਾਕ ਕਰਦਾ ਹੈ। ਤੇ ਡਿਪੈਂਡ ਕਰਦੀ ਆ। ਬਸ ਕਰ ਲੋਕਾਂ ਦੇ ਜਾਨਵਰ ਹੀਟ ਚ ਆਉਂਦੇ, ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਵੀ ਸਾਡਾ ਜਾਨਵਰ ਬੋਲਿਆ ਵਾ। ਉਹਦੇ ਵਿੱਚ ਉਹਨਾਂ ਨੂੰ ਸਾਹ ਰੱਖਣਾ ਜਿਹੜਾ ਉਹ ਜ਼ਰੂਰੀ ਆ। ਤੇ ਉਹ ਕਿਸ ਤਰ੍ਹਾਂ ਪਤਾ ਕਰੀਏ ਕਿ ਹੀਟ ਚ ਆ ਗਿਆ? ਉਹਦੀ ਕੋਈ ਨਿਸ਼ਾਨੀਆਂ ਦੱਸੋ। ਨਿਸ਼ਾਨੀਆਂ ਬਸ ਕਰ ਜਾਨਵਰ ਬੈਠਾ ਵਾ, ਉਹ ਗੂੰਗਾ ਪਾਨਾ, ਉਹਦਾ ਤੁਹਾਨੂੰ ਪਤਾ ਹੀ ਨਹੀਂ ਵੀ ਇਹ ਬੋਲਿਆ ਵਾ। ਜਦੋਂ ਦੇਖੋ ਵੀ ਉਹ ਪਾਣੀ ਛਾਣੀ ਸਿੱਟਦਾ ਵਾ, ਤਾਰਾਂ ਕਰਦਾ ਵਾ, ਉਦੋਂ ਉਹਨੂੰ ਸਾਹ ਨੂੰ ਜਾਂ ਡਾਕਟਰ ਨੂੰ ਸੱਦ ਕੇ ਤੁਸੀਂ ਚੈੱਕ ਕਰਵਾਓ, ਤਾਂ ਇਨਸ਼ਾਅੱਲਾ ਹਮਲਾ ਹੋ ਜਾਏਗਾ। ਇਸ ਤੋਂ ਇਲਾਵਾ ਕੋਈ ਹੋਰ ਵਜ੍ਹਾ ਹੋ ਸਕਦੀ ਹੈ ਜਿਹੜਾ ਜਾਨਵਰ ਨਵੇਂ ਦੁੱਧ ਨਹੀਂ ਹੁੰਦਾ? ਬਸ ਕਰ ਪਚੀਦਾ ਬਿਮਾਰੀਆਂ ਹੁੰਦੀਆਂ ਜਾਨਵਰ ਨੂੰ ਰਹਿਮ ਦੇ ਵਿੱਚ, ਉਹ ਤੁਸੀਂ ਡਾਕਟਰ ਤੋਂ ਬਗੈਰ ਤੇ ਤੁਹਾਨੂੰ ਪਤਾ ਨਹੀਂ ਚੱਲ ਸਕਦਾ। ਬਸ ਕਰ ਜਾਨਵਰ ਰੇਸ਼ਾ ਰਮਾ ਫੁੱਟਾ ਜੇ ਉਹ ਸਿੱਟਦਾ ਹੁੰਦਾ ਵਾ, ਲੇਕਿਨ ਉਦੋਂ ਤੁਸੀਂ ਤੁਹਾਡਾ ਹੱਕ ਹੀ ਬਣਦਾ ਵੀ ਡਾਕਟਰ ਨੂੰ ਬੁਲਾ ਕੇ ਤੁਸੀਂ ਉਹ ਚੈੱਕ ਕਰਵਾਓ ਤਾਂ ਕਿ ਉਹਦੇ ਰਹਿਮ ਦਾ ਇਲਾਜ ਹੋ ਸਕੇ ਔਰ ਜਾਨਵਰ ਤੁਹਾਡਾ ਬਹਾਲ ਹੋ ਜਾਏ। ਇੱਕ ਬੜਾ ਹੀ ਅਹਿਮ ਸਵਾਲ ਹੈ ਕਿ ਜਾਨਵਰ ਨੂੰ ਅਸੀਂ ਮੀਟ ਕਰਵਾਇਆ, ਯਾਨੀ ਜਾਨਵਰ ਨਵਾਂ ਲਵਾਇਆ ਜਾਂ ਟੀਕਾ ਰਖਵਾਇਆ ਜੀ, ਤੇ ਕਦੋਂ ਉਹਨੂੰ ਦੁਬਾਰਾ ਚੈੱਕ ਕਰਾਈਏ ਕਿ ਇਹ ਹਾਮਲਾ ਐਵੇਂ ਜਾਂ ਨਹੀਂ? ਉਹਨੂੰ ਕਮੋ ਪੇਸ਼ ਵੀ ਤੁਸੀਂ 3 ਮਾਹ ਬਾਅਦ ਚੈੱਕ ਕਰੋ। 3 ਮਾਹ ਤੋਂ ਨਹੀਂ ਵੀ ਅਗਰ ਤੁਸੀਂ ਜਲਦੀ ਕਰਦੇ ਆ ਤਾਂ ਫਿਰ 2 ਤੋਂ 2.5 ਮਾਹ ਦੇ ਦਰਮਿਆਨ ਉਹਨੂੰ ਚੈੱਕ ਕਰਵਾਓ, ਲੇਕਿਨ 2 ਮਾਹ ਤੋਂ ਕਮ ਨਾ ਕਰਵਾਓ। ਲੇਕਿਨ ਕੁਝ ਡਾਕਟਰ ਕਹਿੰਦੇ ਨੇ ਕਿ ਮਹੀਨੇ ਤੋਂ 45 ਦਿਨ ਤੱਕ, ਯਾਨੀ 30 ਤੋਂ 45 ਦਿਨ ਦੇ ਵਿੱਚ ਕਰਵਾ ਲਓ ਤਾਂ ਕਿ ਨੁਕਸਾਨ ਤੋਂ ਬਚਿਆ ਜਾ ਸਕੇ। ਤੁਹਾਡਾ ਕੀ ਖਿਆਲ ਹੈ ਇਸ ਬਾਰੇ 'ਚ? ਅਸੀਂ 40-45 ਦਿਨ ਦਾ ਜਾਨਵਰ ਚੈੱਕ ਕਰਾਉਣ ਦੇ ਹੱਕ ਵਿੱਚ ਨਹੀਂ ਦੇ। ਉਹਦੀ ਕੀ ਵਜ੍ਹਾ ਹੈ? ਬਸ ਕਾ ਜਾਨਵਰ ਅਗਰ ਗੱਭਣ ਵੀ ਹੋਏ ਤੁਸੀਂ ਉਹਨੂੰ ਹੱਥ ਪਵਾਉਂਦੇ, ਬਸ ਕਾ ਜਾਨਵਰ ਇਸ ਤਰ੍ਹਾਂ ਹੁੰਦੇ ਕਿ ਵੀ ਉਹ ਜਾਨਵਰ ਹੱਥ ਮਹਿਸੂਸ ਕਰ ਜਾਂਦੇ ਆ, ਉਹ ਬੱਚਾ ਜ਼ਾਇਆ ਕਰ ਦੇਣ। ਲੇਕਿਨ ਅਸੀਂ ਇਸ ਹੱਕ ਦੇ ਵਿੱਚ ਨਹੀਂ ਵੀ ਤੁਸੀਂ ਉਹਨੂੰ ਮਹੀਨੇ 1.5 ਮਹੀਨੇ ਬਾਅਦ ਚੈੱਕ ਕਰਵਾਓ। ਅੱਛਾ, ਲੇਕਿਨ ਕੁਝ ਲੋਕ ਤਾਂ ਇਹ ਕਹਿੰਦੇ ਨੇ ਕਿ ਅਗਰ ਮਹੀਨੇ ਦੇ ਬਾਅਦ ਨਹੀਂ ਚੈੱਕ ਕਰਵਾਉਂਦੇ ਜੀ ਤੇ ਅਗਰ ਜਾਨਵਰ ਨਹੀਂ ਬਣਿਆ ਜੀ ਤੇ ਫਿਰ ਉਹਨੂੰ ਮਜ਼ੀਦ ਦੇਰ ਲੱਗ ਸਕਦੀ ਹੈ, ਯਾਨੀ ਉਹ ਫਾਰਮਰ ਨੂੰ ਨੁਕਸਾਨ ਹੋ ਸਕਦਾ ਹੈ। ਲੇਕਿਨ ਉਹਦੇ ਵਿੱਚ ਬਿਹਤਰ ਇਹ ਹੀ ਹੈ ਨਾ ਵੀ ਤੁਸੀਂ ਉਹਦਾ ਵੇਟ ਕਰ ਲਓ, ਜ਼ਿਆਦਾ ਬਿਹਤਰ ਆ। ਅਗਰ ਤੁਸੀਂ ਜਲਦੀ ਕਰੋਗੇ ਹੋ ਸਕਦਾ ਤੁਸੀਂ ਨੁਕਸਾਨ ਵਾਲੇ ਪਾਸੇ ਚਲੇ ਜਾਓ। ਯਾਨੀ ਇਹ ਵੀ ਇੱਕ ਖਦਸ਼ਾ ਹੈ। ਅੱਛਾ, ਇੱਕ ਹੋਰ ਬੜੀ ਅਹਿਮ ਗੱਲ ਹੈ ਕਿ ਬਾਜ਼ ਔਕਾਤ ਜਾਨਵਰ ਬਣ ਜਾਂਦਾ ਹੈ ਜੀ, ਖਲੋ ਵੀ ਜਾਂਦਾ ਲੇਕਿਨ ਬਾਅਦ 'ਚੋਂ ਫਿਰ ਜਾਂਦਾ ਹੈ। ਇਹ ਲੋਕਾਂ ਨੂੰ ਬੜਾ ਹੀ ਮਸਲਾ ਪੇਸ਼ ਆ ਰਿਹਾ ਤੇ ਫਿਰਨ ਵਾਲੇ ਜਾਨਵਰ ਦਾ ਕੀ ਇਲਾਜ ਕਰੀਏ? ਫਿਰਨ ਵਾਲੇ ਦਾ ਇਲਾਜ ਇਹੀ ਆ ਵੀ ਤੁਸੀਂ ਉਹਨੂੰ ਡਾਕਟਰ ਸਾਹਿਬ ਨੂੰ ਚੈੱਕ ਕਰਵਾਓ ਵੀ ਇਹਦੇ ਰਹਿਮ ਦੇ ਵਿੱਚ ਮਸਲਾ ਤਾਂ ਨਹੀਂ ਕੋਈ ਆ ਰਿਹਾ, ਕੋਈ ਇਹਦੇ ਖਰਾਬੀ ਤਾਂ ਨਹੀਂ। ਅਗਰ ਖਰਾਬੀ ਨਹੀਂ ਹੋਏਗੀ ਤਾਂ ਉਹਦੇ ਬਾਰੇ ਫਿਰੇਗਾ ਨਹੀਂ। ਠੀਕ ਹੋ ਗਿਆ। ਅੱਛਾ, ਸਿਰਫ ਆਖਰ ਤੇ ਸਾਨੂੰ 2 ਗੱਲਾਂ ਦੱਸ ਦਿਓ ਕਿ ਜਿਹੜਾ ਡੰਗਰ ਸੂਣ ਵਾਲਾ ਹੈ ਉਹਨੂੰ ਸੂਣ ਤੋਂ ਪਹਿਲੇ ਕਿਹੜੀ ਚੀਜ਼ ਦੇਣੀ ਚਾਹੀਦੀ ਹੈ ਤਾਂ ਕਿ ਉਹਦਾ ਸੂਆ ਠੀਕ ਹੋਏ, ਔਰ ਸੂਣ ਤੋਂ ਬਾਅਦ ਉਹਨੂੰ ਕਿਹੜੀ ਚੀਜ਼ ਦੇਣੀ ਚਾਹੀਦੀ ਹੈ ਤਾਂ ਕਿ ਉਹਦਾ ਦੁੱਧ ਜਿਹੜਾ ਨਾ ਬਹਾਲ ਰਹੇ ਨੂੰ ਕੋਈ ਮਸਲਾ ਪੇਸ਼ ਨਾ ਆਏ? ਜੋ ਵੀ ਟਾਈਮ ਨਾਲ ਸੁੱਟ ਦੇ ਪੈਨ ਜਿਹੜਾ ਉਹਨੂੰ ਤੁਸੀਂ ਪਹਿਲੇ ਦੇਣਾ ਵਾ, ਉਹਦੀ ਖੁਰਾਕ ਦੀ ਤੁਸੀਂ ਅੱਛੀ ਦੇਖਭਾਲ ਕਰਨੀ ਹੈ। ਉਹਨੂੰ ਤੁਸੀਂ ਕੋਈ ਵੀ ਜਿਹੜਾ ਵਾ ਘੇ ਵਗੈਰਾ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਤੁਸੀਂ ਦੇ ਸਕਦੇ ਆ। ਠੀਕ ਹੋ ਗਿਆ ਜੀ। ਤੇ ਸੂਣ ਤੋਂ ਬਾਅਦ ਫਿਰ ਤੁਸੀਂ ਆਪਦੇ ਹਿਸਾਬ ਨਾਲ ਉਹਨਾਂ ਵੰਡੇ ਛੱਡਣੇ ਦਾ ਇhtiyat ਕਰ ਸਕਦੇ ਆ। ਠੀਕ ਹੈ। ਤੇ ਉਹ ਇਨਸ਼ਾਅੱਲਾ ਦੋ ਤੁਹਾਨੂੰ ਤੇ ਜੇਰ ਵਗੈਰਾ ਆਟਾ ਵਗੈਰਾ ਦਾ ਅਗਰ ਮਸਲਾ ਬਣੇ ਤੇ ਸੂਣ ਤੋਂ ਬਾਅਦ ਉਹਦੇ ਤੋਂ ਫਿਰ ਜੇ ਅਗਰ ਸਰਦੀ ਆ ਤਾਂ ਸਰਦੀ ਦੇ ਹਿਸਾਬ ਨਾਲ ਤੁਸੀਂ ਗਰਮ ਮਸਾਲਾ ਦੇ ਸਕਦੇ ਹੋ ਉਹਨੂੰ। ਤੇ ਗਰਮੀ ਦੇ ਵਿੱਚ ਅਕਸਰ ਜਾਨਵਰ ਖੁਦ ਹੀ ਜਿਹੜਾ ਨਾ ਮੈਲ ਸੁੱਟ ਦਿੰਦੇ ਨੇ। ਬਹੁਤ ਸ਼ੁਕਰੀਆ ਬਾਈ ਬੂਟੇ, ਤੁਸੀਂ ਬੜੀ ਅਹਿਮ ਮਾਲੂਮਾਤ ਦਿੱਤੀਆਂ ਨੇ। ਉਮੀਦ ਹੈ ਕਿ ਨਾਜ਼ਰੀਨ ਨੂੰ ਤੁਹਾਡੀਆਂ ਗੱਲਾਂ ਪਸੰਦ ਆਣਗੀਆਂ ਔਰ ਇਹ ਦੇਸੀ ਇਲਾਜ ਜਿਹੜੇ ਤੁਸੀਂ ਦੱਸੇ ਨੇ ਉਹ ਤੁਹਾਡਾ ਇੱਕ ਸਦਕਾ ਜਾਰੀਆ ਬਣ ਜਾਏਗਾ। ਬਹੁਤ ਸ਼ੁਕਰੀਆ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ।